विचारिता परोपकारी विद्या विचारिता परोपकारी। मैं बेनती करांगा डॉक्टर प्रवीण कुमार जो कि पंजाब यूनिवर्सिटी चंडीगढ़ तो साडे नाल जुड़े हुए ने। डॉक्टर प्रवीण कुमार जी शेरों उन्होंने मेरी गुजारिश है कि वो साडे ਸਰੋਤਿਆਂ ਦੇ ਸਨਮੁਖ ਹੋਣ। बहुत बहुत धन्यवाद डॉक्टर परमिंदर तगड़ जी। सत्कारयोग प्रधानगी मंडल विराजमान बलदेव गरेवाल जी, डॉक्टर इंद्रप्रीत संधू, प्रोफैसर हरसिमरन रंधावा, प्रोफैसर धनवंत कौर जी ते प्रोफैसर गुरमुख सिंह जी। मैं इस कहानी संग्रह नूं जदों रंधावा साहब ने मैनूं भेजिया ते आदतन जिवें आम रख छड्डदे आ किताब नूं काफ़ी दिन मेरे कोल पिया रहा ते क्योंकि मैनूं इन्हां कहा कि इस डेट नूं डेट एक्सटेंड हो गई सी प्रोग्राम दी, मैं उदों पढ़िया नहीं। पर जदों इन्हां कहानियां नूं दो कहानियां पहलियां जदों मैं पढ़ियां ते वाकई ही इन्हां कहानियां ने मतलब एक खास किस्म की रिसर्च की डिमांड की कि कुछ इहदे चों इहदे बारे च कुछ सोचिया जाए। जिहड़ियां गल्लां इन्हां ने मतलब बहुत देर बाद मैं कह लो कि एक तरह का इमोशनल होकर कहानियां पढ़ियां और इन्हां दे विच्चों जिवें प्रोफैसर गुरमुख होना ने साइलेंस की गल की या वो सारियां चीज़ां नूं मैं रिपीट नहीं करूँगा। ते गरेवाल जी का धन्यवाद इस करके क्योंकि इन्हां ने मैनू एक काम दे विच ला दिता। इन्हां कहानियां ने वो काम की सी कि मैं इस कहानी की बनतर या बुनतर बारे गल नहीं करूँगा, मैं सिर्फ जिहड़ा इहदे च कंटेंट पेश होए ने जां जिन्हों असीं सौखे लफ्ज़ां च कह लीए कि विषय जिहड़े पेश होए ने, चाहे वो खट्टी कमाई कहानियां ਉਹਦੇ ਵਿੱਚ ਜਿਵੇਂ ਸੱਭਿਆਚਾਰਕ ਭੂ ਹੇਰਵੇਂ ਦੀ ਗੱਲ ਮੈਂ ਪਾਤਰ ਦੇ ਰਾਹੀਂ, ਚਾਹੇ ਉਹ ਉਸ ਦਾ ਨਾਂ ਜਿਹਦੇ ਵਿੱਚ ਮਨੁੱਖ ਦੀ ਆਇਡੈਂਟੀਟੀ ਜਿਹੜੀ ਆ ਉਹ ਨੇਮਿੰਗ ਤੋਂ ਕਿਵੇਂ ਉੱਪਰ ਹੁੰਦੀ ਆ ਜਾਂ ਨੇਮਿੰਗ ਜਿਹੜਾ ਕਿਵੇਂ ਸਾਡੀ ਜਿਹੜੀ ਮਨੁੱਖਤਾ ਆ ਉਹਨੂੰ ਤੋੜਦਾ ਆ ਇੱਕ ਕਿਸਮ ਦਾ, ਤੇ ਮਨੁੱਖਤਾ ਕਿਵੇਂ ਸਾਂਝ ਬਣ ਰਹੀ ਆ, ਉਹ ਚਾਹੇ ਉਹ ਬੰਦਾ ਵੈਸਟ ਦਾ ਇੱਕ ਦੂਜੇ ਦੇ ਨਾਮ ਨਹੀਂ ਪਤਾ, ਇਹ ਸਾਂਝਾਂ ਇਹ ਜਿਹੜੀਆਂ ਕਾਮਨ ਜਿਹੜੀ ਮਨੁੱਖਤਾ ਦੀ ਸਾਂਝ ਆ ਇਹ ਕੀ ਇਹ ਜਿਹੜੀ ਮਨੁੱਖਤਾ ਦੀ ਸਾਂਝ ਸੀ ਇਹਨੂੰ ਕੀ ਇੱਕ ਕਿਸਮ ਦੀ ਕਹਿ ਲਓ ਕਿ ਨਿਗਾਹ ਲੱਗ ਗਈ ਕਿ ਜਿਹੜੇ ਵੱਖਰੇ ਵੱਖਰੇ ਕਲਚਰਾਂ ਦੇ ਵਿੱਚ ਵੰਡਿਆ ਗਿਆ। ਸਵਾਲ ਬੇਸਿਕ ਇਹ ਆ, ਚਾਹੇ ਉਹ ਲੀਜ਼ਾ ਕਹਾਣੀ ਦੀ ਲੈ ਲਓ ਜਿਵੇਂ ਗੱਲ ਕੀਤੀ ਕਿ ਉਹ ਔਰਤ ਪਾਤਰ ਵੀ ਉਸੇ ਤਰ੍ਹਾਂ ਮਹਿਸੂਸ ਕਰਦੀ ਆ ਜੋ ਇੰਡੀਅਨ ਔਰਤ ਮਹਿਸੂਸ ਕਰਦੀ ਆ, ਫਿਰ ਇਹ ਕਲਚਰਾਂ ਦੇ ਵਿੱਚ ਫਰਕ ਕਿਉਂ ਆਇਆ। ਬੇਸਿਕ ਸਵਾਲ ਇਹਨਾਂ ਕਹਾਣੀਆਂ ਨੇ ਇਹ ਖੜਾ ਕੀਤਾ ਮੇਰੇ ਲਈ ਕਿ ਇਹ ਜੇ ਮਨੁੱਖਤਾ ਸਾਂਝੀ ਆ, ਚਾਹੇ ਉਹ ਕਰਜ਼ ਕਹਾਣੀ ਦੇ ਜਿਹੜਾ ਗਿਆਨ ਦਾ ਜਿਹੜਾ ਕੁੱਤਾ ਸੀ ਉਹਦੇ ਦਾਦੇ ਦਾ ਜਰਮਨ ਸ਼ੈਫਰਡ ਜਦੋਂ ਉਹਨੂੰ ਜੱਫੀ ਪਾਉਂਦਾ ਆ ਉੱਥੇ ਜਰਮਨ ਦੇ ਵਿੱਚ ਤੇ ਉਹਨੂੰ ਕੀ ਮਹਿਸੂਸ ਹੁੰਦਾ ਆ। ਇਹਦਾ ਮਤਲਬ ਕਿ ਕੁਛ ਜਿਹੜੀਆਂ ਹਿਊਮਨ ਵੈਲਿਊਜ਼ ਨੇ ਹਿਊਮਨ ਸਾਂਝ ਨੇ ਉਹ ਬਿਨਾਂ ਲੈਂਗੁਏਜ ਤੋਂ ਬਿਨਾਂ ਕਲਚਰ ਤੋਂ ਆਪਸ ਦੇ ਵਿੱਚ ਜੁੜੀਆਂ ਨੇ। ਉਹ ਕਿਵੇਂ ਇਹਨਾਂ ਦੇ ਵਿੱਚੋਂ ਪੇਸ਼ ਹੋ ਰਹੀਆਂ ਨੇ, ਚਾਹੇ ਕਿ ਵਰਲਡ ਵਾਰ ਨੇ ਕਿਵੇਂ ਨੁਕਸਾਨ ਕੀਤੇ ਉਹ ਸਾਰੀਆਂ, ਜਾਂ ਜਿਹੜਾ ਲੋਹਾ ਪੁਰਸ਼ ਦਾ ਜਿਹੜਾ ਸੂਬੇਦਾਰ ਆ ਜਾਂ ਉਹਦਾ ਜਿਹੜਾ ਬਾਬਾ ਜਿਹੜਾ ਆ ਉਹ ਆਇਰਨ ਮੈਨ ਉਹ ਆ ਜਾਂ ਇਹ ਆ, ਵੱਡਾ ਸਵਾਲ ਆ ਇਸ ਸਮੇਂ ਦਾ। ਜਾਂ ਇਹ ਕਿਤਾਬ ਜਿਹੜੀ ਆ ਬੇਸਿਕ ਸਵਾਲ ਇਹ ਰਿਸਰਚਰ ਲਈ ਕਰਦੀ ਆ ਕਿ ਆਇਰਨ ਮੈਨ ਕੌਣ ਆ। ਆਇਰਨ ਮੈਨ ਉਹ ਸੂਬੇਦਾਰ ਦਾ ਮੁੰਡਾ ਆ ਜਿਹੜਾ ਕਿ ਰਿਸ਼ਤਿਆਂ ਦੀ ਟੁੱਟ ਭੱਜ ਦੇ ਵਿੱਚ ਪਿਆ ਆ, ਜਾਂ ਉਹਦਾ ਬਾਬਾ ਆ ਜਿਹੜਾ ਕਿ ਜਿਹਨੇ ਕਿ ਸਾਰੇ ਪਰਿਵਾਰ ਨੂੰ ਇੱਕ ਤਰ੍ਹਾਂ ਨਾਲ ਬੰਨਿਆ ਸੀ, ਸਾਰੇ ਟੱਬਰ ਨੂੰ। ਹੁਣ ਇਹਦੇ ਵਿੱਚ ਜਿਹੜੇ ਜਿਸ ਕਹਾਣੀਆਂ ਦਾ ਜੇ ਆਪਾਂ ਲੈ ਲਈਏ ਇੱਕ ਲਾਈਨ ਚ ਕਹਿਣਾ ਹੋਵੇ ਤੇ ਆਪਾਂ ਕਹਿ ਸਕਦੇ ਆਲ ਦੀ ਰਿਲੇਸ਼ਨਸ ਆਰ ਸਿਚੁਏਸ਼ਨਲ ਐਂਡ ਕੰਡੀਸ਼ਨਲ ਇਹਨਾਂ ਕਹਾਣੀਆਂ ਦੇ ਵਿੱਚ ਜਿਹੜੇ ਪੇਸ਼ ਹੋ ਰਹੇ ਨੇ ਵੈਸਟ ਦੇ ਕੰਟੈਕਸਟ ਦੇ ਵਿੱਚ। ਸੋ ਬੇਸਿਕ ਸਵਾਲ ਜਿਹੜੇ ਪੱਛਮੀ ਸੱਭਿਆਚਾਰ ਕੀ ਆ, ਜਾਂ ਇਹ ਕਿਵੇਂ ਬਣਿਆ, ਜਾਂ ਇਹ ਕਿਵੇਂ ਬਦਲਿਆ, ਜਾਂ ਇਹਦੀ ਕੋਈ ਈਸਟਰਨ ਲੋਕਾਂ ਨਾਲ ਸਾਂਝ ਹੈ, ਮੇਰੇ ਲਈ ਇਹ ਸਵਾਲ ਪੈਦਾ ਕੀਤੇ ਇਹਨਾਂ ਕਹਾਣੀਆਂ ਨੇ। ਤੇ ਜਦੋਂ ਮੈਂ ਇਹਨਾਂ ਦਾ ਜਿਹੜਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਤੇ ਮੈਂ ਉਹਦੇ ਚ ਦੇਖਿਆ ਕਿ ਦੋ ਤਿੰਨ ਚੀਜ਼ਾਂ ਜਿਹੜੀਆਂ ਪ੍ਰਿਥਵੀ ਤੇ ਵਾਪਰੀਆਂ ਨੇ ਹਿਸਟਰੀ ਦੇ ਵਿੱਚ,
ਜਿਹਦੇ ਵਿੱਚੋਂ ਮੈਂ ਇਹ ਗੱਲ ਅਕਸਰ ਆਪਣੇ ਹਰ ਲੈਕਚਰ 'ਚ ਕਰਦਾ ਹੁੰਨਾ, ਕਿਉਂਕਿ ਇਹ ਗੱਲ ਅਜੇ ਲੋਕੀ ਮੰਨਦੇ ਬਹੁਤ ਘੱਟ ਆ ਕਿ ਜਿਹੜੀ ਸਾਇੰਟੀਫਿਕ ਰੈਵੋਲੂਸ਼ਨ ਆਉਂਦਾ ਆ ਜਿਹੜਾ ਕੋਪਰਨਿਕਸ ਦੇ ਨਾਲ, ਜਿਹਨੇ ਦੱਸਿਆ ਕਿ ਸੂਰਜ ਦੇ ਦੁਆਲੇ ਧਰਤੀ ਘੁੰਮਦੀ ਆ, ਧਰਤੀ ਸੂਰਜ ਦੇ ਦੁਆਲੇ ਨਹੀਂ। ਇੱਕ ਤੇ ਵੱਡਾ ਰੈਵੋਲੂਸ਼ਨ ਜਿਹੜਾ ਸੀ ਇਹ ਆਇਆ ਦੁਨੀਆ ਦੇ ਵਿੱਚ। ਦੂਸਰਾ ਜਿਹੜਾ ਪ੍ਰੋਟੈਸਟੈਂਟਿਜ਼ਮ 1529 ਚ ਸ਼ੁਰੂ ਹੁੰਦਾ ਸੀ, ਜਿਹਦੇ ਵਿੱਚ ਵਿਅਕਤੀ ਦੇ ਸੈਲਫ ਦੀ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਕਿ ਜਿਹੜਾ ਬੰਦਾ ਆ ਉਹ ਸੁਪਰੀਮ ਆ, ਜਿਹੜਾ ਹਿਊਮਨ ਜਿਹੜਾ ਚਰਚ ਜਾਂ ਪੌਪ ਦੇ ਵਿੱਚੋਂ ਉਹ ਜਿਹੜੇ ਸੀ ਉਹ ਉਹਦੇ ਥਾਂ ਤੇ ਸੈਕਰਡ ਬਾਈਬਲ ਨੇ ਉਹ ਜਿਹੜੀ ਪੋਜੀਸ਼ਨ ਜਿਹੜੀ ਲੈ ਲਈ ਸੀ ਕਿ ਜਾਂ ਇਹਨੂੰ ਮੈਂ ਸਿੱਧੇ ਲਫ਼ਜ਼ਾਂ 'ਚ ਕਹਿਣਾ ਕਿ ਰੱਬ ਦੇ ਅਰਥ ਜਿਹੜੇ ਸੀ ਉਹ ਬਦਲ ਗਏ। ਤੀਜੀ ਜਿਹੜੀ ਇੰਪੋਰਟੈਂਟ ਗੱਲ ਵਾਪਰੀ ਉਹ ਸੀ ਐਨਲਾਈਟਨਮੈਂਟ, ਜਿਹੜਾ ਰੀਜਨ ਤੇ ਲੌਜਿਕ ਬੇਸ ਖੜਾ ਸੀ, ਜਿਹਨੇ ਮਨੁੱਖ ਨੂੰ ਮੁਕਤੀ ਦਾ ਕਾਰਨ ਮੰਨਿਆ। ਹੁਣ ਇਹ ਤਿੰਨੇ ਕਾਰਨ ਮੈਂ ਇੱਥੇ ਗੱਲ ਕਲੀਅਰ ਕਰਨੀ ਚਾਹੁੰਦਾ ਹਾਂ ਕਿ ਮੈਂ ਇਹਨਾਂ ਤਿੰਨਾਂ ਕਾਰਨਾਂ ਦਾ ਵਿਰੋਧ ਨਹੀਂ ਕਰ ਰਿਹਾ। ਮੈਂ ਇਹ ਕਹਿ ਰਿਹਾ ਕਿ ਇਹਨਾਂ ਦੇ ਨਾਲ ਦੁਨੀਆ ਦੇ ਸੱਭਿਆਚਾਰਾਂ ਤੇ ਕਿਵੇਂ ਫਰਕ ਪਿਆ। ਜਿਹੜੇ ਲੋਕਲ ਸੱਭਿਆਚਾਰ ਸੀ, ਚਾਹੇ ਉਹ ਭਾਰਤੀ ਆ, ਚਾਹੇ ਭੂਟਾਨ ਦਾ ਆ, ਚਾਹੇ ਅਫਗਾਨਿਸਤਾਨ ਦਾ ਆ, ਚਾਹੇ ਉਹ ਅਮਰੀਕਾ ਦਾ ਆ, ਜਿਹੜੇ ਉੱਥੋਂ ਦੇ ਫੋਕਲੋਰ ਸੀ, ਜਿਹੜੇ ਉੱਥੋਂ ਦੇ ਕਲਚਰ ਸੀ, ਜਿਹੜੇ ਉੱਥੋਂ ਦੇ ਰਿਲੀਜਨ ਦੇ ਸਟਰਕਚਰ ਬਣਨੇ ਸੀ, ਉਹ ਸਾਰੇ ਦੇ ਸਾਰੇ ਇਹ 3-4 ਘਟਨਾਵਾਂ ਜਿਹੜੀਆਂ ਵਰਲਡ ਪੱਧਰ ਤੇ ਵਾਪਰੀਆਂ, ਉਹਨਾਂ ਨੇ ਉਹਨਾਂ ਚੀਜ਼ਾਂ ਨੂੰ ਦਬਾ ਦਿੱਤਾ, ਜਾਂ ਇਹ ਕਹਿ ਲਓ ਕਿ ਇੱਕ ਤਰ੍ਹਾਂ ਦਾ ਇਨਫੀਰੀਟੀ ਕੰਪਲੈਕਸ ਪੈਦਾ ਕਰ ਦਿੱਤਾ ਕਿ ਤੁਸੀਂ ਨਾਨ ਡਿਵੈਲਪਿੰਗ ਏਰੀਆ ਜੋ ਵੀ ਆਰ ਡਿਵੈਲਪਡ। ਇਹ ਕਿਹਨੇ ਦਿੱਤਾ? ਇਹ ਕੈਪੀਟਲਿਜ਼ਮ ਦੇ ਦੌਰ ਨੇ, ਪੂੰਜੀ ਦੀ ਜਦੋਂ ਦੌੜ ਪੈਦਾ ਹੋਈ, ਜਿਹਦੇ ਵਿੱਚੋਂ ਮੋਸੋਲਿਨੀ ਪੈਦਾ ਹੋਇਆ, ਜਿਹਦੇ ਵਿੱਚੋਂ ਹਿਟਲਰ ਪੈਦਾ ਹੋਇਆ, ਜਿਹਦੇ ਵਿੱਚੋਂ ਵਰਲਡ ਵਾਰ ਦੀਆਂ ਗੱਲਾਂ ਕੀਤੀਆਂ ਨੇ, ਉਹ ਸਾਰੀਆਂ ਉਸ ਸਾਈਕੀ ਦੇ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ। ਸੋ ਜਦੋਂ ਮੈਂ ਦੇਖਿਆ ਫਿਰ ਮੈਂ ਕਿ ਜਿਹੜੇ ਇਹਨਾਂ ਕਹਾਣੀਆਂ ਦਾ ਜਿਹੜਾ ਸਥਾਨ ਬਣਦਾ ਅਮਰੀਕਾ, ਉਹਦੀ ਹਿਸਟਰੀ ਕੀ ਆ? ਉਹਦੇ 'ਚ ਤੁਸੀਂ ਦੇਖੋ ਸਾਊਥ ਅਮਰੀਕਾ ਜਿਹੜਾ ਆ, ਇੱਕ ਬ੍ਰਾਜ਼ੀਲ ਦੇ ਵਿੱਚ ਪੁਰਤਗਾਲੀ ਸਟੇਟ ਆ, ਜਾਂ ਫ੍ਰੈਂਚ ਗੁਆਨਾ ਫਰਾਂਸ ਆ ਬੋਲੀ ਜਾਂਦੀ, ਬਾਕੀ ਸਾਰੇ ਜਿਹੜੇ ਸਪੈਨਿਸ਼ ਬੋਲਦੇ ਆ ਉੱਥੇ, ਚਾਹੇ ਤੁਸੀਂ ਕੋਲੰਬੀਆ ਲੈ ਲਓ, ਅਰਜਨਟਾਈਨਾ ਲੈ ਲਓ, ਬੋਲੀਵੀਆ ਲੈ ਲਓ, ਅਰਜੋਵਾ, ਇਹ ਸਾਰੀਆਂ ਸਟੇਟਸ ਜਿਹੜੀਆਂ ਨੇ, ਇਹਦਾ ਮਤਲਬ ਕਿ ਜਦੋਂ ਅਮਰੀਕਾ ਦੇ ਵਿੱਚ, ਕਿਉਂਕਿ ਮੈਂ ਸਿਰਫ ਅਮਰੀਕਾ ਦੀ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਕਹਾਣੀਆਂ ਦਾ ਸਥਾਨ ਉਹ ਆ, ਜਿਹੜੇ ਰੈੱਡ ਇੰਡੀਅਨ ਸੀ, ਜਿਨ੍ਹਾਂ ਨੂੰ ਇੰਡੋਜੀਨੀਅਸ ਪੀਪਲ ਕਿਹਾ ਜਾਂਦਾ, ਜਿਹੜੇ ਉੱਥੋਂ ਦੇ ਮੂਲ ਨਿਵਾਸੀ ਸੀ, ਯੂਨਾਈਟਿਡ ਸਟੇਟ ਬਣਨ ਤੋਂ ਪਹਿਲਾਂ, ਅਮਰੀਕਾ ਦਾ ਸੱਭਿਆਚਾਰ ਬਣਨ ਤੋਂ ਪਹਿਲਾਂ ਉਹਦੀ ਜਿਹੜੀ ਪੋਜੀਸ਼ਨ ਸੀ, ਉੱਥੇ ਰੈੱਡ ਇੰਡੀਅਨ ਜਦੋਂ ਕੋਲੰਬਸ ਵਗੈਰਾ ਆਉਂਦੇ ਨੇ ਤੇ ਉਹਨਾਂ ਨੇ ਦੇਖਿਆ ਕਿ ਪਾਣੀ ਦੇ ਰਸਤੇ 'ਚ ਸਿਰਫ ਇੰਡੀਆ ਦੇ ਨਾਲ ਹੀ ਟੱਚ ਹੁੰਦਾ, ਇਸ ਕਰਕੇ ਇਹ ਲੋਕ ਰੈੱਡ ਇੰਡੀਅਨਸ ਨੇ, ਜਾਂ ਇਹਨਾਂ ਨੂੰ ਇੰਡੋਜੀਨੀਅਸ ਪੀਪਲ ਕਿਹਾ ਗਿਆ, ਜਾਂ ਇਹਨਾਂ ਨੂੰ ਨੇਟਿਵ ਹਵੇਲੀਅਨਸ ਕਿਹਾ ਗਿਆ, ਜਾਂ ਚਾਰਮਰੋਸ ਕਿਹਾ ਗਿਆ। US ਸੈਂਸਸ ਗਰੁੱਪ ਦੇ ਵਿੱਚ ਉਹਨਾਂ ਲੋਕਾਂ ਨੂੰ ਨੇਟਿਵ ਹਵੇਲੀਅਨ ਦੇ ਨਾਂ ਨਾਲ ਜਾਣਿਆ ਜਾਂਦਾ। ਹੁਣ ਉਹ ਬੰਦੇ 1500 ਸਾਲ ਤੋਂ ਵੀ ਸ਼ਾਇਦ ਪਹਿਲੋਂ ਦੇ ਉੱਥੇ ਬੈਠੇ ਹੋਏ ਸੀ। ਜਿਹੜੇ ਸਾਡੇ ਮੂਲ ਨਿਵਾਸੀ ਸੀ, ਈਸਟ ਤੇ ਵੈਸਟ ਦਾ ਜਿਹੜੀ ਆਪਣੀ ਸਾਰੇ ਬਰਬੱਤੇ ਵੀ ਬੋਲ ਕੇ ਗਏ ਨੇ, ਜਿਹੜਾ ਕਨਫਲਿਕਟ ਆ ਬੇਸਿਕਲੀ ਉਸ ਦੌਰ ਦੇ ਜਿਹੜੇ ਸਾਡੇ ਟ੍ਰਾਈਬਲ ਸੀ ਤੇ ਜਿਹੜੇ ਅਮਰੀਕਾ ਦੇ ਟ੍ਰਾਈਬਲ ਸੀ, ਉਹਨਾਂ ਦੇ ਵਿੱਚ ਮੈਂ ਸਾਰਾ ਦੇਖਿਆ ਕਿ ਉਹ ਸਾਰੀਆਂ ਸਾਂਝਾਂ ਨੇ, ਸੇਮ ਨੇ, ਉਹ ਬਿਲਕੁਲ ਉਸੇ ਤਰ੍ਹਾਂ ਹੀ ਉਹਨਾਂ ਦਾ ਕਲਚਰ ਆ, ਉਹਨਾਂ ਦੀ ਲੈਂਗੁਏਜ ਆ, ਉਹਨਾਂ ਦਾ ਜੀਣ ਦਾ ਢੰਗ ਆ। ਸਿਰਫ ਤੇ ਫਰਕ ਕੀ ਆ? ਜੀਓਗ੍ਰਾਫੀਕਲ ਏਰੀਆ ਦਾ ਫਰਕ ਆ, ਕਿਉਂਕਿ ਉਹ ਜਿਹੜਾ ਤਾਪਮਾਨ ਦਾ ਫਰਕ ਆ, ਸਾਡੇ ਇੱਧਰ ਜਿਹੜੀ ਤਾਪਮਾਨ ਜਿਹੜਾ ਉਹਦਾ ਫਰਕ ਆ। ਸੋ ਇਹ ਸਾਰੇ ਉਹ ਅੱਜ ਵੀ 5 ਮਿਲੀਅਨ ਤੋਂ ਵੱਧ ਮੂਲ ਨਿਵਾਸੀ ਉੱਥੇ ਨੇ, ਜਿਹੜੇ ਕੈਲੀਫੋਰਨੀਆ, ਐਰੀਜ਼ੋਨਾ, ਓਕਲਾਮਾ, ਜਾਂ ਉਹ ਇਹ ਸਾਰੇ ਪਿੰਡੂ ਕਸਬਿਆਂ ਦੇ ਵਿੱਚ ਤੁਹਾਨੂੰ ਉਹ ਮਿਲ ਸਕਦੇ ਆ। ਹੁਣ ਜਿਹੜਾ ਕੈਪੀਟਲ ਵੱਡਾ ਮੁੱਦਾ ਬਣ ਕੇ ਜਦੋਂ ਯੂਨਾਈਟਿਡ ਸਟੇਟ ਦੇ ਵਿੱਚ ਆਉਂਦੀ ਆ, ਜਾਂ ਕਲੋਨੀਅਲਿਜ਼ਮ ਦੇ ਰਾਹੀਂ ਇੰਟਰੋਡਿਊਸ ਹੁੰਦੀ ਆ ਵਰਲਡ ਦੇ ਵਿੱਚ, ਚਾਹੇ ਉਹ ਅਮਰੀਕਾ 'ਚ ਜਾਂਦੀ ਆ, ਇੰਗਲੈਂਡ ਦੇ ਵੱਲੋਂ, ਯੂਰਪ ਦੇ ਵੱਲੋਂ ਜਦੋਂ ਆਉਂਦਾ ਸਾਰੇ ਦਾ ਸਾਰਾ। ਸੋ ਮੈਂ ਇਹ ਦੇਖ ਰਿਹਾ ਸੀ ਜਿਵੇਂ ਇਹਦੇ ਵਿੱਚ ਔਰਤ ਮਰਦ ਦੀਆਂ ਕਹਾਣੀਆਂ ਦੀ, ਜਾਂ ਔਰਤ ਮਰਦ ਦੇ ਸੰਬੰਧਾਂ ਦੀ ਕਲਚਰ ਦੇ ਨਾਲ ਜੋੜ ਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਡਿਸਕਸ ਕੀਤੀਆਂ ਗਈਆਂ। ਤੇ ਇਹਦੇ ਵਿੱਚ ਐਗਜ਼ਾਮਪਲ ਇਹ ਬਣੀ ਕਿ 1960 ਤੋਂ ਲੈ ਕੇ ਤੇ 2020 ਤੱਕ ਦਾ ਜਿਹੜਾ ਡਿਵੋਰਸ ਰੇਟ, ਜਿਹੜਾ ਇੰਡੀਆ ਦਾ ਡਿਵੋਰਸ ਰੇਟ ਆ, ਉਹ 1% ਆ ਇਸ ਸਮੇਂ, ਤੇ ਜਿਹੜਾ ਅਮਰੀਕਾ ਦਾ ਡਿਵੋਰਸ ਰੇਟ ਸੀਗਾ 1960 ਤੋਂ ਲੈ ਕੇ 1970 ਦੇ ਵਿੱਚ ਉਹ 15% ਹੋਇਆ।
ਤੇ 1980 ਦੇ ਵਿੱਚ ਸਭ ਤੋਂ ਪੀਕ ਤੇ ਗਿਆ 22.6 ਡਿਵੋਰਸ ਰੇਟ ਬਣਦਾ ਹੈ। ਹੁਣ ਇਹ ਚ ਪਿਛਲੇ 50 ਸਾਲਾਂ ਚੋਂ ਜਿਹੜੀ ਵੱਡੀ ਘਟਨਾ ਵਾਪਰੀ ਆ 2019 ਦੇ ਲਾਸਟ ਦੇ ਵਿੱਚ ਜਨਵਰੀ ਤੋਂ ਲੈ ਕੇ 20 ਦਾ ਸਾਰਾ ਸਾਲ ਆ, ਉਹ 14.90 ਡਿਵੋਰਸ ਰੇਟ ਹੋਇਆ ਅਮਰੀਕਾ ਦਾ। ਉਹ ਕਿਉਂ ਹੋਇਆ? ਕਿਉਂਕਿ ਉੱਥੇ ਜਿਹੜੀ ਕੈਪੀਟਲਿਜ਼ਮ ਮੈਂ ਕਹਿ ਰਿਹਾ ਸੀ, ਜਿਹੜੀ ਇਹਨਾਂ ਤਿੰਨਾਂ ਚੀਜ਼ਾਂ ਦੇ ਰਾਹੀਂ ਇੰਟਰੋਡਿਊਸ ਹੁੰਦੀ ਹੈ ਵਰਲਡ ਦੇ ਵਿੱਚ, ਉੱਥੇ ਕੈਪੀਟਲਿਜ਼ਮ ਕਰੋਨਾ ਨੇ ਇੱਕ ਕੁਐਸਚਨ ਮਾਰਕ ਦੇ ਲਈ ਖੜੀ ਕਰ ਦਿੱਤੀ। ਤੁਸੀਂ ਪਿਛਲੇ ਇਹਨਾਂ ਦਿਨਾਂ ਨੂੰ ਯਾਦ ਕਰੋ, ਅਪ੍ਰੈਲ ਦੇ ਮਹੀਨੇ ਨੂੰ, ਤੇ ਉਸ ਵਕਤ ਦੁਨੀਆ ਜਿਹੜੀ ਸੀ ਇੱਕ ਸਹਿਮ ਦੇ ਵਿੱਚ ਸੀ। ਦੁਨੀਆ ਉਦੋਂ ਪੈਸਾ ਪ੍ਰਧਾਨ ਨਹੀਂ ਸੀ, ਜਿਹਨੇ ਕਿਸੇ ਨੇ ਕਿਸੇ ਕੋਲ ਲੈਣੇ ਸੀ ਉਹ ਲੈਣੇ ਭੁੱਲ ਗਿਆ ਸੀ, ਜਿਹਨੇ ਦੇਣੇ ਸੀ ਦੇਣੇ ਭੁੱਲ ਗਿਆ ਸੀ। ਉਹਦੇ ਲਈ ਵੱਡਾ ਸਵਾਲ ਸੀ ਜੀਣਾ ਜਾਂ ਮਰਨਾ। ਉਹ ਇੱਕ ਭੈ ਦੇ ਵਿੱਚ ਦੁਨੀਆ ਸੀ। ਔਰ ਉੱਥੋਂ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੇ ਪਤੀ ਪਤਨੀ ਜਦੋਂ ਕੁਝ ਮਹੀਨੇ ਇਕੱਠੇ ਰਹਿੰਦੇ ਆ, 6-7 ਮਹੀਨੇ ਇੱਕ ਘਰ ਦੇ ਵਿੱਚ ਰਹਿੰਦੇ ਆ, ਬੱਚਿਆਂ ਦੇ ਨਾਲ ਰਹਿੰਦੇ ਆ, ਤੇ ਉਹਨਾਂ ਨੇ ਆਪਣੇ ਜਿਹੜੇ ਫਾਈਲ ਕੀਤੇ ਡਿਵੋਰਸ ਪੇਪਰ ਸੀ ਵਾਪਸ ਲੈ ਲਏ। ਇਹਦਾ ਮਤਲਬ ਕਿ ਜਿਹੜਾ ਸੱਭਿਆਚਾਰਾਂ ਦਾ ਵਿਗਾੜ ਆ ਉਹ ਸਾਡੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਇੱਕ ਜਿਹੜੀ ਪੈਸੇ ਦੀ ਲਸਟ ਆ ਜਾਂ ਪਦਾਰਥ ਦੀ ਜਿਹੜੀ ਲਸਟ ਆ, ਪਦਾਰਥ ਜਿਸ ਬੇਸਡ ਕੈਪਰੀਕੋਰਨਸ ਆਪਣੀ ਸਾਰੀ ਦੀ ਸਾਰਾ ਜਿਹੜਾ ਸਾਇੰਸ ਹੈ ਉਹ ਪਦਾਰਥ ਬੇਸਡ ਖੜੀ ਕਰਦਾ ਹੈ। ਜਿਹਦਾ ਕਰਕੇ ਮੈਂ ਇਹ ਗੱਲ ਕਰ ਰਿਹਾ ਕਿ ਉਹਨੇ ਜਿਹੜੀਆਂ ਫੋਕਲੋਰ ਜਾਂ ਜਿਹੜੀਆਂ ਇਹਨਾਂ ਸਾਡੇ ਧਰਤੀਆਂ ਦਾ ਥੌਟ ਸੀ ਉਹ ਪ੍ਰੈਸ਼ਰ 'ਚ ਚਲਾ ਗਿਆ, ਥੱਲੇ ਚਲਾ ਗਿਆ। ਸੋ ਇਸ ਕਰਕੇ ਉਹ ਜਿਹੜਾ ਡਿਵੋਰਸ ਰੇਟ ਜਿਹੜਾ ਸੀ ਪਿਛਲੇ 50 ਸਾਲਾਂ 'ਚ ਸਭ ਤੋਂ ਘੱਟ ਜਿਹੜਾ ਹੈ 1970 ਤੋਂ ਬਾਅਦ 14.9 ਗਿਆ। ਸਿਰਫ ਇਸ ਕਰਕੇ ਗਿਆ ਕਿਉਂਕਿ ਜਿਹੜਾ ਕੈਪੀਟਲਿਜ਼ਮ ਗਲੋਬਲਾਈਜੇਸ਼ਨ ਦੇ ਰਾਹੀਂ ਇੰਟਰੋਡਿਊਸ ਹੋ ਰਿਹਾ ਸੀ ਵਰਲਡ ਦੇ ਵਿੱਚ, ਉਹ ਕੈਪੀਟਲਿਜ਼ਮ ਨੂੰ ਇੱਕ ਖਾਸ ਕਿਸਮ ਦੇ ਕੁਐਸਚਨ ਜਿਹੜੇ, ਕਿਉਂਕਿ ਪਿਛਲੇ ਅਪ੍ਰੈਲ ਦੇ ਵਿੱਚ ਵਰਲਡ ਦੇ ਵਿੱਚ ਕਾਰ ਬਿਜ਼ਨਸ ਏਡਾ ਵੱਡਾ, ਇੱਕ ਵੀ ਕਾਰ 1 ਅਪ੍ਰੈਲ ਤੋਂ 30 ਅਪ੍ਰੈਲ ਤੱਕ ਨਹੀਂ ਵਿਕੀ ਦੁਨੀਆ ਦੇ ਵਿੱਚ ਕੋਈ ਕਾਰ। ਸੋ ਇਦਾਂ ਦੀਆਂ ਉਦਾਹਰਨਾਂ ਜਦੋਂ ਅਸੀਂ ਦੁਨੀਆ 'ਚ ਦੇਖਦੇ ਹਾਂ ਤੇ ਵਰਲਡ ਦੇ ਵਿੱਚ ਉਹ ਜਦੋਂ ਜਿਹੜੀ ਗੱਲ ਆਉਂਦੀ ਸੱਭਿਆਚਾਰ ਦੀ, ਬੇਸਿਕ ਗੱਲ ਕਲਚਰ ਦੀ ਚੱਲ ਰਹੀ ਆ, ਜਿਹੜਾ ਜੌਨ ਟੌਮਲਿਨਸਨ ਆ ਗਲੋਬਲਾਈਜੇਸ਼ਨ ਐਂਡ ਕਲਚਰ ਦੇ ਵਿੱਚ, ਉਹ ਕਹਿੰਦਾ ਕਿ ਜਿਹੜੀ ਸੱਭਿਆਚਾਰਾਂ ਦੀ ਸਾਂਝ ਹੈ ਨਾ, ਇਹ ਗਲੋਬਲੀ ਨੂੰ ਜਦੋਂ ਤੁਸੀਂ ਇਕੱਠਾ ਬਣਾਉਂਦੇ ਜੇ, ਉਹ ਕਹਿੰਦਾ ਨਹੀਂ ਬਣ ਸਕਦੀ। ਜਿਵੇਂ ਅਕਸਰ ਗਰੇਵਾਲ ਹੋਣਾ ਤੇ ਵੀ ਦੋਸ਼ ਲੱਗਾ ਕਿ ਇਹ ਜੀ ਆਪਣੇ ਸਮੇਂ ਦੀਆਂ ਕਹਾਣੀਆਂ ਦੇ ਵਿੱਚ ਜਿਉਂਦੇ ਨੇ, ਉਹ ਉਸ ਜਗ੍ਹਾ ਤੇ ਜਾ ਹੀ ਨਹੀਂ ਸਕਦਾ, ਕੋਈ ਵੀ ਮਨੁੱਖ ਨਹੀਂ ਜਾ ਸਕੂਗਾ। ਕਿਉਂ ਨਹੀਂ ਜਾ ਸਕੂਗਾ? ਕਿਉਂਕਿ ਜਿਹੜਾ ਕਲਚਰ ਦਾ ਜਿਹੜਾ ਕਨੈਕਟੀਵਿਟੀ ਆ ਇੱਕ ਕਲਚਰ ਦੀ ਦੂਜੇ ਕਲਚਰ ਦੇ ਨਾਲ, ਉਹ ਕੰਪਲੈਕਸ ਕਨੈਕਟੀਵਿਟੀ ਆ। ਉਹ ਜਿਹੜਾ ਜੌਨ ਟੌਮਲਿਨਸਨ ਹੈ ਰੋਬਰਟਸਨ ਦੇ ਹਵਾਲੇ ਨਾਲ ਕਹਿੰਦਾ ਆ, ਉਹ ਕਹਿੰਦਾ ਕਿ ਕਲਚਰਾਂ ਦੀ ਯੂਨਿਟੀ ਨਹੀਂ ਬਣ ਸਕਦੀ, ਉਹ ਯੂਨਿਵਰਸਿਟੀ ਦੇ ਵਿੱਚ ਗੱਲ ਕਰ ਸਕਦੇ ਆਪਾਂ। ਉਹਦੀਆਂ ਯੂਨਿਵਰਸਿਟੀ ਕੀ ਆ? ਜਿਹੜਾ ਸਿਉਣ ਆ, ਜੋੜ ਆ, ਨੇੜ ਤੇੜ ਆ। ਜਿਵੇਂ ਉਹ ਕੁੱਤੇ ਨੂੰ ਉਹਦਾ ਪਾਤਰ ਜਦੋਂ ਜਰਮਨੀ ਦੇ ਵਿੱਚ ਉਹ ਹੱਗ ਕਰਦਾ ਤੇ ਉਹਨੂੰ ਆਪਣੇ ਦਾਦੇ ਦਾ ਕੁੱਤਾ ਲੱਗਦਾ ਆ, ਉਹ ਇੱਕ ਕਿਸਮ ਦਾ ਕਲਚਰ ਦੇ ਨਾਲ ਉਹਦਾ ਸੰਬੰਧ ਨਹੀਂ, ਉਹ ਸਿਰਫ ਇੱਕ ਜਿਉਣ ਆ, ਉਹਦਾ ਕਲਚਰ ਦੇ ਨਾਲ ਇੱਕ ਸਿਉਣ ਆ। ਜਿਸ ਤਰ੍ਹਾਂ ਬੋਰੀ ਆਪਾਂ ਉੱਪਰੋਂ ਸਿਉਂ ਦਿੰਦੇ ਆ, ਪਰ ਉਹ ਬੋਰੀ ਪ੍ਰੋਪਰ ਉਹਨੂੰ ਜਿਹੜੀ ਥੱਲੇ ਦੀ ਬੋਰੀ ਆ ਉਹਦੇ ਨਾਲ ਉਹ ਨਹੀਂ ਮੈਚ ਕਰ ਸਕਦੀ। ਸੋ ਇਹ ਕਲਚਰਾਂ ਦਾ ਇੱਕ ਨੇੜ ਤੇੜ ਆ ਕਹਿ ਲਓ ਤੁਸੀਂ। ਸੋ ਉਹਦੇ ਨਾਲ ਜਿਹੜੇ ਕਲਾਸੀਕਲ ਸੰਬੰਧ ਨੇ, ਜਿਹੜੇ ਕਲਚਰ ਦੇ ਕਲਾਸੀਕਲ ਸੰਬੰਧ ਨੇ, ਜਿਹਦੇ ਚੋਂ ਕੁਝ ਕਹਾਣੀਕਾਰ ਕਨੈਕਟੀਵਿਟੀ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਆ। ਸੋ ਇਹ ਰੈੱਡ ਇੰਡੀਅਨਸ ਦੇ ਲੈ ਲਓ ਤੁਸੀਂ, ਆਸਟ੍ਰੇਲੀਅਨ ਟ੍ਰਾਈਬਸ ਦੇ ਵਿੱਚ ਚਲੇ ਜਾਓ ਉਸ ਦੌਰ ਦੇ ਵਿੱਚ ਜਦੋਂ ਉੱਥੋਂ ਉਹਨਾਂ ਨੂੰ ਭਜਾ ਦਿੱਤਾ ਗਿਆ। ਸੋ ਆਰਨ ਐਥਨਿਕ ਗਿਡਨਸ ਕਨਸੀਕੁਐਂਸ ਆਫ ਮੋਡਰਨਿਟੀ, ਕਿ ਮੋਡਰਨਿਟੀ ਕਿੱਥੋਂ ਪੈਦਾ ਹੋਈ? ਉਹ ਕਹਿੰਦਾ ਕਿ ਇਹ ਜਿਹੜਾ ਕਲਚਰਾਂ ਦਾ ਸੰਬੰਧ ਆ, ਇਹ ਸਟ੍ਰੈਚਿੰਗ ਪ੍ਰੋਸੈਸ ਆ। ਜਿੱਦਾਂ ਰਬੜ ਨੂੰ ਤੁਸੀਂ ਖਿੱਚ ਲਓ, ਉਹਨੂੰ ਛੱਡ ਦਿਓ, ਫਿਰ ਉੱਥੇ ਚਲਾ ਜਾਏਗਾ। ਸਾਰੇ ਜਣਿਆਂ ਨੇ ਇਹ ਕਿਹਾ ਕਿ ਕਹਾਣੀਆਂ ਅਸੀਂ ਜਦੋਂ ਪੜ੍ਹਦੇ ਹਾਂ ਤੇ ਸਾਨੂੰ ਕਹਾਣੀਕਾਰ ਆਪਣੇ ਨਾਲ ਲੈ ਜਾਂਦਾ। ਉਹ ਕਿਉਂ? ਕਿਉਂਕਿ ਅਸੀਂ ਉਸ ਕਲਚਰ ਨੂੰ ਜੀ ਰਹੇ ਹਾਂ, ਅਸੀਂ ਉਸ ਕਲਚਰ 'ਚ ਪੈਦਾ ਹੋਏ ਹਾਂ। ਤੁਸੀਂ ਅਦਰ ਨੂੰ ਪੜ੍ਹਾ ਦਿਓ, ਤੁਸੀਂ ਉਹ ਇਸ ਇੰਟਰਸਟ ਨਾਲ ਨਹੀਂ ਪੜੂਗਾ, ਕਿਉਂਕਿ ਕਲਚਰ ਉਹਦੇ ਨਾਲ ਅੰਦਰ ਰਮ ਜਾਂਦਾ ਆ ਬੋਡੀ ਦੇ ਵਿੱਚ, ਤੁਹਾਡੇ ਮਾਈਂਡ ਦੇ ਵਿੱਚ। ਸੋ 1962 ਤੋਂ ਬਾਅਦ ਇਹ ਸਾਰਾ ਕੁਝ ਕਿਵੇਂ ਬਦਲਿਆ ਜਿਹਦੀ ਗੱਲ ਕਰ ਰਹੇ ਹੁਣ। ਜਿਹੜੀ ਕਲਚਰ ਦੀ ਜਿਹੜੀ ਚੇਂਜ ਆ, ਉਹ ਚੇਂਜ ਦਾ ਪ੍ਰੋਸੈਸ ਬਹੁਤ ਸਲੋ ਆ। ਜੇ ਆਪਾਂ ਡਾਰਵਨ ਨੂੰ ਮੰਨ ਲਈਏ, ਡਾਰਵਨ ਦੀ ਗੱਲ ਨੂੰ ਸੱਚੀ, ਤੇ ਉਹ ਹਜ਼ਾਰਾਂ ਸਾਲਾਂ ਦੇ ਬਾਅਦ, ਮਤਲਬ ਜਦੋਂ ਬਾਂਦਰ ਤੋਂ ਮਨੁੱਖ ਬਣਦਾ ਹੈ, ਉਹਦਾ ਪ੍ਰੋਸੈਸ ਹਜ਼ਾਰਾਂ ਸਾਲ ਦਾ ਹੈ, ਜਿਹਨੂੰ ਡਿਵੈਲਪਮੈਂਟ ਦਾ ਨਾਮ ਦਿੱਤਾ ਗਿਆ। ਪਰ ਜਿਹੜੀ ਟੈਕਨੋਲੋਜੀ ਆਉਂਦੀ ਆ, ਉਹਨੇ, ਜਿਵੇਂ ਮੈਂ ਹੁਣ ਬੋਲ ਰਿਹਾ, ਅਮਰੀਕਾ 'ਚ ਵੀ ਜਾ ਰਿਹਾ, ਕੈਨੇਡਾ 'ਚ ਵੀ ਜਾ ਰਿਹਾ, ਜਾਂ ਜਿੱਥੇ ਵੀ, ਉਹਦੇ ਨਾਲ ਕੀ ਹੋਇਆ ਕਿ ਉਹ ਜਿਹੜੀ ਮਨੁੱਖ ਦੀ ਜਿਹੜੀ ਸਾਈਕੀ ਆ, ਹਿਊਮਨ ਸਾਈਕੀ ਆ,
ਜਿਵੇਂ ਡਾਕਟਰ ਰਵਿੰਦਰ ਹੋਣਾ ਕਿਹਾ ਆਰਕਾਈਵਸ ਦੇ ਵਿੱਚੋਂ ਗੱਲ ਆ ਰਹੀ ਹੈ। ਜਿਹੜੇ ਆਰਕਾਈਵਸ ਨੇ ਉਹਨਾਂ ਦੀ ਸਪੀਡ ਇੰਨੀ, ਤਕਨੀਕ ਇੰਨੀ ਤੇਜ਼ ਨਹੀਂ ਹੈਗੀ ਕਿ ਅਸੀਂ ਗੂਗਲ ਦੇ ਲਿੰਕ ਵਾਂਗੂ ਖੋਲੀਏ ਤੇ ਅਸੀਂ ਸਾਰਿਆਂ ਦੇ ਅੱਗੇ ਸਾਹਮਣੇ ਆ ਜਾਈਏ। ਉਹ ਸਾਡੀ ਫੋਟੋ ਤੇ ਆ ਸਕਦੀ ਆ, ਮਾਨਸਿਕ ਤੌਰ ਤੇ ਅਸੀਂ ਉਸ ਲੈਵਲ ਤੇ ਨਹੀਂ ਜਾ ਸਕਦੇ। ਜਿਹੜੀ ਹਿਊਮਨ ਮਾਈਂਡ ਦੀ ਸਾਈਕੀ ਦੀ ਸਪੀਡ ਆ ਉਹ ਮਸ਼ੀਨ ਦੇ ਨਾਲ ਮੈਚ ਨਹੀਂ ਕਰ ਸਕੂਗੀ। ਕਹਾਣੀਆਂ ਦੇ ਵਿੱਚ ਜਾਂ ਉਹਨੂੰ ਤੁਸੀਂ ਦਵੰਦ ਕਹਿ ਲਓ ਜਾਂ ਉਹਦਾ ਤੁਸੀਂ ਸੰਵਾਦ ਕਹਿ ਲਓ, ਉਹ ਸਾਰੇ ਦਾ ਸਾਰਾ ਜਿਹੜਾ ਆ ਉਹ ਬਣਿਆ ਰਹੇਗਾ। ਸੋ ਬੇਸਿਕ ਸਵਾਲ ਕਿ ਔਰਤ ਦੀ ਜਿਹੜੀ ਸਾਇਲੈਂਸ ਆ ਉਹਦੇ ਵਿੱਚੋਂ ਕੋਈ ਉਹ ਇਨਕਾਊਂਟਰ ਕਿਉਂ ਨਹੀਂ ਬਣ ਰਿਹਾ, ਜਾਂ ਉਹਦੇ ਜਿਹੜੇ ਆਰਕਾਈਵਸ ਨੇ ਆਰਕਾਈਵਸ ਦੇ ਵਿੱਚੋਂ ਕਿਉਂ ਨਹੀਂ ਕੋਈ ਉਹਦੇ ਵਿੱਚੋਂ ਕੋਈ ਉਹ ਬਚਾਅ ਲੱਭ ਰਹੇ ਨੇ, ਜਾਂ ਉਹਦਾ ਉਹ ਕੀ ਅਲਟੀਮੇਟ ਉੱਥੇ ਆ, ਜਾਂ ਜਿਹੜਾ ਉਹ ਕਹਾਣੀ ਦਾ ਪਾਤਰ ਆਇਰਨ ਮੈਨ ਬਣਨ ਦੀ ਕੋਸ਼ਿਸ਼ ਕਰਦਾ ਕਿ ਜਿਹਦਾ ਸਭ ਕੁਝ ਉੱਥੇ ਖਿਲਰ ਗਿਆ। ਉੱਥੇ ਜਾ ਕੇ ਤੁਸੀਂ ਉਸ ਖਿਲਰਨ ਨੂੰ ਜਿਹੜਾ ਆ ਬਹੁਤ ਸਾਰੇ ਮੇਰੇ ਮਿੱਤਰ ਇਹ ਮੰਨਦੇ ਨੇ ਕਿ ਇਹ ਖਿਲਰਨਾ ਕੁਝ ਨਹੀਂ, ਇਹ ਇੱਕ ਕਲਚਰ ਟਰਾਂਸਫਰਮੇਸ਼ਨ ਦਾ ਨਾਮ ਦਿੱਤਾ ਜਾਂਦਾ ਉਹਨੂੰ। ਪਰ ਟਰਾਂਸਫਰਮੇਸ਼ਨ ਜਿਹੜੀ ਆ ਉਹਦੇ ਸਾਨੂੰ ਕੁਝ ਨਾ ਕੁਝ ਰੂਟਸ, ਉਹਦੀ ਕੁਝ ਮਾਇਰਮੈਂਟ ਸਾਨੂੰ ਬਣਾਉਣੀਆਂ ਪੈਣਗੀਆਂ। ਸੋ ਇਸ ਕਰਕੇ ਕਹਾਣੀਕਾਰ ਨੇ ਇਸ ਕਹਾਣੀ ਦੇ ਰਾਹੀਂ ਉਸ ਖਾਸ ਕਿਸਮ ਦਾ ਇੱਕ ਜਿਹੜੀ ਟ੍ਰੈਡੀਸ਼ਨ ਦੀ ਗੱਲ ਕੀਤੀ ਗਈ, ਟ੍ਰੈਡੀਸ਼ਨ ਦੇ ਨਾਲ ਇੱਕ ਡਾਇਲੌਗ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਸਾਨੂੰ ਉਸ ਦੌਰ ਦੇ ਇਹ ਸਾਰਾ ਕੁਝ ਜੇ ਮਨੁੱਖੀ ਸਭਿਅਤਾ ਦੀਆਂ ਸਾਂਝਾਂ ਨੇ, ਜੇ ਸਾਰੀਆਂ ਇਹਨਾਂ ਸਭਿਅਤਾਵਾਂ ਦੀਆਂ ਸਾਂਝਾਂ ਦੇ ਵਿੱਚੋਂ ਕੋਈ ਸਟਰਕਚਰ ਬਣਾਉਣਾ ਆ ਤੇ ਸਾਨੂੰ ਪਦਾਰਥਕ, ਸਾਨੂੰ ਤਰਲਤ, ਸਾਨੂੰ ਰਿਲੀਜਨ, ਸਾਨੂੰ ਫੋਕਲੋਰ, ਸਾਨੂੰ ਉੱਥੋਂ ਦੀਆਂ ਜਿਓਗ੍ਰਾਫੀ ਦੇ ਵਿੱਚੋਂ ਕਾਮਨ ਚੀਜ਼ਾਂ ਬਣਾ ਕੇ ਫਿਰ ਇੱਕ ਜਿਹੜਾ ਬੈਲੈਂਸ ਸਟਰਕਚਰ ਦੇਣਾ ਪਊਗਾ ਜਿਹਦੇ ਨਾਲ ਜਿਹੜੀ ਮਨੁੱਖਤਾ ਆ ਉਹਦੀਆਂ ਸਾਂਝਾਂ ਜਿਹੜੀਆਂ ਬਣੀਆਂ ਰਹਿਣਗੀਆਂ। ਸਮਾਂ ਜ਼ਿਆਦਾ ਨਾ ਲੈਂਦਾ ਹੋਇਆ ਇਹਨਾਂ ਸ਼ਬਦਾਂ ਦੇ ਨਾਲ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਡਾਕਟਰ ਪ੍ਰਵੀਨ ਸ਼ੇਰੋਂ ਜੀ, ਜਿਹੜੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਾਡੇ ਨਾਲ ਜੁੜੇ ਹੋਏ ਸੀ। ਬੜੇ ਸਿਧਾਂਤਕ ਲਹਿਜੇ ਦੇ ਵਿੱਚ ਉਹਨਾਂ ਨੇ ਆਪਣੀਆਂ ਗੱਲਾਂ ਜਿਹੜੀਆਂ ਉਹ ਇਸ ਕਹਾਣੀ ਸੰਗ੍ਰਹਿ ਦੇ ਬਾਰੇ ਕੀਤੀਆਂ ਨੇ।